8ਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੜ੍ਹਾਂਗੇ ਪਾਠ 14 ਨਵੀਂ ਉਡਾਨ। ਸੋ ਬੱਚੇ, ਇਸ ਪਾਠ ਦਾ ਉਦੇਸ਼ ਹੈ ਵਿਦਿਆਰਥੀਆਂ ਨੂੰ ਦੱਸਣਾ ਕਿ ਮਿਹਨਤ ਕਰਨ ਵਾਲੇ ਵਿਦਿਆਰਥੀ ਹੀ ਜ਼ਿੰਦਗੀ ਵਿੱਚ ਤਰੱਕੀ ਕਰਦੇ ਹਨ। ਉਸ ਦੇ ਨਾਲ ਹੀ ਵਿਆਹ ਸ਼ਾਦੀ ਵੇਲੇ ਦਾਜ ਦੇ ਲੋਭੀਆਂ ਦਾ ਤਿਰਸਕਾਰ ਕਰਨ ਦੀ ਸਿੱਖਿਆ ਦੇਣਾ। ਸੋ ਬੱਚਿਓ, ਆਓ ਪੜ੍ਹਦੇ ਹਾਂ ਪਾਠ ਨਵੀਂ ਉਡਾਨ। ਸਵੇਰ ਦਾ ਸਮਾਂ ਸੀ ਤੇ ਰਾਧਾ ਰਸੋਈ ਵਿੱਚ ਨਾਸ਼ਤੇ ਦੇ ਆਹਰ ਵਿੱਚ ਲੱਗੀ ਹੋਈ ਸੀ ਤੇ ਉਸ ਦਾ ਪਤੀ ਵੀ ਅਖਬਾਰ ਵੀ ਪੜ੍ਹ ਰਿਹਾ ਸੀ ਤੇ ਨਾਲ ਚਾਹ ਦੀਆਂ ਚੁਸਕੀਆਂ ਵੀ ਲੈ ਰਿਹਾ ਸੀ। ਸਵੇਰੇ ਸੁਨੀਲ ਨੂੰ ਅਖਬਾਰ ਇੱਕ ਟਾਨਿਕ ਦਾ ਕੰਮ ਕਰਦੀ ਸੀ। ਜਿੱਦਣ ਉਸ ਨੂੰ ਸਵੇਰੇ ਅਖਬਾਰ ਪੜ੍ਹਨ ਨੂੰ ਨਾ ਮਿਲਦੀ, ਉਸ ਦਾ ਦਿਨ ਨੀਰਸ ਜਿਹਾ ਹੀ ਨਿਕਲਦਾ। ਅੱਜ ਵੀ ਉਹ ਅਖਬਾਰ ਵਿੱਚ ਪੂਰੀ ਤਰ੍ਹਾਂ ਮਸਤ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀ। ਆਹ ਦੇਖਿਓ, ਕਿਸ ਦਾ ਫੋਨ ਹੈ? ਕੱਲ੍ਹ ਦੀਆਂ ਮਿਸਡ ਕਾਲਾਂ ਬਹੁਤ ਆ ਰਹੀਆਂ ਨੇ। ਰਾਧਾ ਨੇ ਆਪਣੇ ਪਤੀ ਸੁਨੀਲ ਨੂੰ ਆਵਾਜ਼ ਦਿੰਦਿਆਂ ਕਿਹਾ। ਹੈਲੋ। ਸੁਨੀਲ ਉੱਠ ਕੇ ਫੋਨ ਕੰਨ ਨੂੰ ਲਾਉਂਦਾ ਹੈ। ਹੈਲੋ, ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਅਧਿਕਾਰੀ ਬੋਲ ਰਿਹਾ ਹਾਂ। ਸ਼ਰੂਤੀ ਤੁਹਾਡੀ ਬੇਟੀ ਹੈ, ਅੱਗਿਓਂ ਆਵਾਜ਼ ਆਈ। ਜੀ ਹਾਂ, ਬਹੁਤ ਸ਼ਰੂਤੀ ਮੇਰੀ ਬੇਟੀ ਹੈ। ਮੈਂ ਹੀ ਉਸ ਦਾ ਡੈਡੀ ਹਾਂ। ਦੱਸੋ ਕੀ ਗੱਲ ਹੈ? ਸੁਨੀਲ ਕੁਝ ਹੈਰਾਨ ਹੁੰਦਾ ਬੋਲਿਆ। ਭਾਈ ਸਾਹਿਬ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੀ ਬੇਟੀ ਸ਼ਰੂਤੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ +2 ਦੀ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ ਫਸਟ ਆਈ ਹੈ। ਕੀ ਕਿਹਾ? ਮੇਰੀ ਬੇਟੀ ਫਸਟ ਆਈ ਹੈ? ਸੁਨੀਲ ਦੇ ਜਿਵੇਂ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ। ਹਾਂਜੀ, ਸ਼ਰੂਤੀ ਪੂਰੇ ਪੰਜਾਬ ਵਿੱਚੋਂ ਫਸਟ ਆਈ ਹੈ। ਅਸੀਂ ਪੂਰੀ ਪ੍ਰੈਸ ਟੀਮ ਤੁਹਾਡੇ ਘਰ ਤੇ ਤੁਹਾਡੀ ਬੇਟੀ ਦੀ ਇੰਟਰਵਿਊ ਲੈਣ ਆ ਰਹੇ ਹਾਂ। ਸਾਡੇ ਨਾਲ ਦੂਰਦਰਸ਼ਨ ਦੀ ਕੈਮਰਾ ਟੀਮ ਵੀ ਆ ਰਹੀ ਹੈ। ਉਹੀ ਅਧਿਕਾਰੀ ਬੋਲਿਆ। ਮੇਰੇ ਧੰਨ ਭਾਗ, ਜੀ ਆਇਆਂ ਨੂੰ। ਤੁਸੀਂ ਮੇਰੇ ਗਰੀਬ ਦੇ ਘਰ ਚਰਨ ਪਾਉਣ ਲਈ ਆ ਰਹੇ ਹੋ। ਤੁਹਾਡਾ ਸਭ ਦਾ ਸਾਰਿਆਂ ਦਾ ਇਸ ਛੋਟੇ ਜਿਹੇ ਘਰ ਵਿੱਚ ਸਵਾਗਤ ਹੈ। ਸੁਨੀਲ ਜਜ਼ਬਾਤੀ ਜਿਹਾ ਹੁੰਦਾ ਬੋਲਿਆ। ਆਪਣੇ ਪਤੀ ਨੂੰ ਖੁਸ਼ ਹੁੰਦਾ ਸੁਣ ਕੇ ਰਾਧਾ ਦੌੜੀ ਆਈ ਤੇ ਪੁੱਛਣ ਲੱਗੀ, ਜੀ ਕੀ ਗੱਲ ਹੈ ਜੋ ਇੰਨੇ ਖੁਸ਼ ਹੋ ਰਹੇ ਹੋ? ਕੁਝ ਮੈਨੂੰ ਵੀ ਦੱਸੋ। ਰਾਧਾ, ਆਪਣੀ ਸ਼ਰੂਤੀ ਪੂਰੇ ਪੰਜਾਬ ਵਿੱਚੋਂ ਫਸਟ ਆਈ ਹੈ। ਥੋੜ੍ਹੀ ਹੀ ਦੇਰ ਬਾਅਦ ਪੰਜਾਬ ਬੋਰਡ ਦੇ ਅਧਿਕਾਰੀ ਪੂਰੀ ਟੀਮ, ਪ੍ਰੈਸ ਟੀਮ ਤੇ ਦੂਰਦਰਸ਼ਨ ਵਾਲਿਆਂ ਨੂੰ ਨਾਲ ਲੈ ਕੇ ਸਾਡੇ ਘਰ ਸਾਡੀ ਇੰਟਰਵਿਊ ਕਰਨ ਲਈ ਆ ਰਹੇ ਹਨ। ਜ਼ਰਾ ਜਲਦੀ ਕਰੋ। ਸ਼ਰੂਤੀ ਦੇ ਫਸਟ ਆਉਣ ਦੀ ਖਬਰ ਸੁਣ ਕੇ ਰਾਧਾ ਵੀ ਇੱਕ ਕਿਸਮ ਨਾਲ ਨੱਚ ਹੀ ਪਈ। ਸ਼ਰੂਤੀ ਜੋ ਉੱਪਰ ਚੁਬਾਰੇ ਵਿੱਚ ਹਾਲੇ ਤੱਕ ਸੁੱਤੀ ਪਈ ਸੀ, ਰਾਧਾ ਉਸਨੂੰ ਉੱਚੀ ਆਵਾਜ਼ਾਂ ਦਿੰਦੀ ਬੋਲੀ, ਸ਼ਰੂਤੀ ਜਲਦੀ ਥੱਲੇ ਆ। ਤੂੰ ਪੂਰੇ ਪੰਜਾਬ ਵਿੱਚੋਂ ਫਸਟ ਆਈ ਹੈ। ਆਪਣੇ ਘਰ ਟੀਵੀ ਵਾਲੇ ਤੇ ਅਖਬਾਰ ਵਾਲੇ ਆ ਰਹੇ ਹਨ। ਜਲਦੀ ਕਰ। ਆਪਣੇ ਫਸਟ ਆਉਣ ਦੀ ਖਬਰ ਸੁਣ ਕੇ ਸ਼ਰੂਤੀ ਦੀ ਨੀਂਦ ਵੀ ਜਿਵੇਂ ਖੰਭ ਲਾ ਕੇ ਉੱਡ ਗਈ। ਉਹ ਦੌੜੀ ਥੱਲੇ ਆਈ ਤੇ ਆਪਣੇ ਮੰਮੀ ਪਾਪਾ ਨੂੰ ਜਿਵੇਂ ਚੰਬੜ ਹੀ ਗਈ। ਤਿੰਨੇ ਜਾਣੇ ਕਿੰਨੀ ਦੇਰ ਆਪਸ ਵਿੱਚ ਲਿਪਟੇ ਰਹੇ ਤੇ ਖੁਸ਼ੀ ਦੇ ਹੰਝੂ ਵਹਾਉਂਦੇ ਰਹੇ। ਰਾਧਾ ਤਾਂ ਸ਼ਰੂਤੀ ਦਾ ਵਾਰ ਮੂੰਹ ਚੁੰਮਣੋਂ ਹੀ ਨਹੀਂ ਸੀ ਹਟ ਰਹੀ। ਉਸ ਨੂੰ ਆਪਣੀ ਬੇਟੀ ਤੇ ਨਾਜ਼ ਸੀ। ਸ਼ਰੂਤੀ ਨੂੰ ਆਪਣੀ ਚੰਗੀ ਪੋਜੀਸ਼ਨ ਦੀ ਆਉਣ ਦੀ ਆਸ ਤਾਂ ਸੀ, ਪਰ ਇੰਨੀ ਨਹੀਂ ਸੀ ਕਿ ਪੂਰੇ ਪੰਜਾਬ ਵਿੱਚੋਂ ਫਸਟ ਆ ਜਾਵੇਗੀ। ਇਹ ਸਭ ਉਸ ਦੀ ਦਿਨ ਰਾਤ ਦੀ ਕੋਸ਼ਿਸ਼, ਮਿਹਨਤ ਦਾ ਨਤੀਜਾ ਸੀ। ਇਹ ਪ੍ਰਾਪਤੀ ਉਸਨੇ ਬਿਨਾਂ ਕਿਸੇ ਟਿਊਸ਼ਨ, ਬਿਨਾਂ ਕਿਸੇ ਕੋਚਿੰਗ ਦੇ ਹਾਸਲ ਕੀਤੀ ਸੀ। ਅਸਲ ਵਿੱਚ ਉਸ ਦੇ ਮੰਮੀ ਪਾਪਾ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਆਪਣੀ ਬੇਟੀ ਨੂੰ ਕਿਤਿਓਂ ਕੋਚਿੰਗ ਦਿਲਾ ਸਕਣ। ਸ਼ਰੂਤੀ ਸੁਨੀਲ ਤੇ ਰਾਧਾ ਦੀ ਇੱਕੋ ਇੱਕ ਬੇਟੀ ਸੀ। ਭਾਵੇਂ ਆਰਥਿਕ ਪੱਖੋਂ ਉਹ ਬਹੁਤ ਕਮਜ਼ੋਰ ਸਨ, ਪਰ ਉਹ ਆਪਣੀ ਬੇਟੀ ਨੂੰ ਕੁਝ ਬਣਾਉਣਾ ਚਾਹੁੰਦੇ ਸਨ। ਪੰਜਾਬ ਭਰ ਵਿੱਚੋਂ ਫਸਟ ਆਉਣਾ ਉਸ ਵਾਸਤੇ ਤਾਂ ਮਾਣ ਵਾਲੀ ਗੱਲ ਹੈ ਹੀ ਸੀ। ਇਸ ਨਾਲ ਉਹਨਾਂ ਦੇ ਪੂਰੇ ਪਰਿਵਾਰ ਦਾ ਵੀ ਸਿਰ ਉੱਚਾ ਹੋਇਆ ਸੀ। ਅੱਜ ਸੁਨੀਲ, ਰਾਧਾ ਤੇ ਸ਼ਰੂਤੀ ਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ। ਭਾਵੇਂ ਨਤੀਜਾ ਹਾਲੇ ਕੱਲ੍ਹ ਨੂੰ ਐਲਾਨਿਆ ਜਾਣਾ ਸੀ, ਫਿਰ ਵੀ ਪ੍ਰੈਸ ਵਾਲਿਆਂ, ਦੂਰਦਰਸ਼ਨ ਵਾਲਿਆਂ ਦਾ ਉਹਨਾਂ ਦੇ ਘਰ ਇੰਟਰਵਿਊ ਲੈਣ ਆਉਣਾ ਉਸ ਵਾਸਤੇ ਇੱਕ ਬਹੁਤ ਵੱਡੀ ਗੱਲ ਸੀ। ਅਮੀਰ ਲੋਕਾਂ ਵਾਸਤੇ ਤਾਂ ਇਹ ਗੱਲਾਂ ਭਾਵੇਂ ਮਾਮੂਲੀ ਹੋਣ, ਪਰੰਤੂ ਗਰੀਬ ਲੋਕਾਂ ਲਈ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ।
ਪ੍ਰੈਸ ਵਾਲਿਆਂ ਨੇ ਅਗਲੇ ਦਿਨ ਅਖਬਾਰਾਂ ਦੇ ਪਹਿਲੇ ਪੰਨਿਆਂ 'ਤੇ ਇਸ ਛੋਟੇ ਜਿਹੇ ਪਰਿਵਾਰ ਦੀ ਵੱਡੀ ਪ੍ਰਾਪਤੀ ਨੂੰ ਮੋਟੀਆਂ ਸੁਰਖੀਆਂ ਵਿੱਚ ਛਾਪਿਆ। ਨਾਲ ਹੀ ਸ਼ਰੂਤੀ, ਸੁਨੀਲ ਤੇ ਰਾਧਾ ਦੀ ਇੱਕ ਬਹੁਤ ਵੱਡੀ ਫੋਟੋ ਛਾਪੀ। ਅਖਬਾਰ ਪੜ੍ਹਦੇ ਹੀ ਇਲਾਕੇ ਦੇ ਕੌਂਸਲਰ ਪਰਿਵਾਰ ਨੂੰ ਵਧਾਈਆਂ ਦੇਣ ਲਈ ਆਣ ਪਹੁੰਚੇ। ਉਹਨਾਂ ਨੇ ਸੁਨੀਲ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, ਸੁਨੀਲ ਜੀ, ਬੇਟੀ ਸ਼ਰੂਤੀ ਨੇ ਪੰਜਾਬ ਭਰ ਵਿੱਚ ਫਸਟ ਆ ਕੇ ਤੁਹਾਡਾ, ਮਾਪਿਆਂ ਦਾ, ਅਧਿਆਪਕਾਂ ਦਾ ਤਾਂ ਨਾਂ ਰੌਸ਼ਨ ਕੀਤਾ ਹੀ ਹੈ, ਪੂਰੇ ਸਮਾਜ ਦੇ ਨਾਂ ਨੂੰ ਵੀ ਚਾਰ ਚੰਦ ਲਾਏ ਹਨ। ਮੈਂ ਤੁਹਾਨੂੰ ਇਸ ਦੀ ਦਿਲੋਂ ਵਧਾਈ ਦਿੰਦਾ ਹਾਂ। ਉਸ ਦੇ ਨਾਲ ਹੀ ਮੈਂ ਬੇਟੀ ਦੀ ਉਚੇਰੀ ਪੜ੍ਹਾਈ ਵਾਸਤੇ ਤੁਹਾਨੂੰ ਹਰ ਪੱਖੋਂ ਮਦਦ ਦੇਣ ਦਾ ਵਿਸ਼ਵਾਸ ਦਿਵਾਉਂਦਾ ਹਾਂ। ਇੰਨਾ ਕਹਿ ਕੇ ਕੌਂਸਲਰ ਸਾਹਿਬ ਚਲੇ ਗਏ। ਹਾਲੇ ਉਹ ਦਰਵਾਜ਼ਾ ਟੱਪੇ ਹੀ ਸਨ ਕਿ ਇੱਕ ਬਹੁਤ ਨਾਮੀ ਇੰਜੀਨੀਅਰਿੰਗ ਕਾਲਜ ਵਾਲਿਆਂ ਦਾ ਫੋਨ ਆ ਗਿਆ। ਉਹਨਾਂ ਨੇ ਸ਼ਰੂਤੀ ਨੂੰ ਬਿਨਾਂ ਕਿਸੇ ਟੈਸਟ ਦੇ ਵਜ਼ੀਫੇ ਸਮੇਤ ਆਪਣੇ ਕਾਲਜ ਵਿੱਚ ਦਾਖਲਾ ਦੇਣ ਦੀ ਸਹਿਮਤੀ ਪ੍ਰਗਟ ਕੀਤੀ। ਇਸ ਤਰ੍ਹਾਂ ਹੀ ਪੰਜਾਬ ਦੇ ਇੱਕ ਬਹੁਤ ਹੀ ਵੱਡੇ ਮੈਡੀਕਲ ਕਾਲਜ ਵਾਲਿਆਂ ਨੇ ਸ਼ਰੂਤੀ ਨੂੰ ਆਪਣੇ ਕਾਲਜ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਆਫਰ ਦੇ ਦਿੱਤੀ। ਇੰਨੇ ਵੱਡੇ ਵੱਡੇ ਕਾਲਜਾਂ ਵੱਲੋਂ ਆਈਆਂ ਆਫਰਾਂ ਬਾਰੇ ਜਾਣ ਕੇ ਸ਼ਰੂਤੀ ਤਾਂ ਹਵਾ ਵਿੱਚ ਹੀ ਉੱਡ ਰਹੀ ਸੀ। ਆਖਰ ਸ਼ਰੂਤੀ ਨੇ ਆਪਣੀ ਰੁਚੀ ਮੁਤਾਬਕ ਇੱਕ ਬਹੁਤ ਵੱਡੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈ ਲਿਆ। ਕਾਲਜ ਵਾਲਿਆਂ ਨੇ ਉਸ ਦੀ ਸਾਰੀ ਫੀਸ ਤਾਂ ਮਾफ़ ਕੀਤੀ ਹੀ, ਉਸ ਦੇ ਨਾਲ ਹੀ ਵਜ਼ੀਫਾ ਵੀ ਲਗਾ ਦਿੱਤਾ। ਕਿਉਂਕਿ ਸੁਨੀਲ ਦੀ ਆਮਦਨ ਬਹੁਤ ਘੱਟ ਸੀ, ਇਲਾਕੇ ਦੇ ਕੌਂਸਲਰ ਨੇ ਉਸ ਦਾ ਹੋਸਟਲ ਤੇ ਕਿਤਾਬਾਂ, ਕਾਪੀਆਂ ਆਦਿ ਦਾ ਸਾਰਾ ਖਰਚਾ ਉਠਾਉਣ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ। ਸ਼ਰੂਤੀ ਸਭ ਦੀਆਂ ਉਮੀਦਾਂ 'ਤੇ ਖਰੀ ਉਤਰਨ ਨਾਲ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਲੱਗੀ। ਆਖਰ ਉਹ ਦਿਨ ਵੀ ਆਣ ਪੁੱਜਾ ਜਿਸ ਦਿਨ ਉਹ ਕੰਪਿਊਟਰ ਸਾਇੰਸ ਵਿੱਚ ਬੀਟੈਕ ਦੀ ਡਿਗਰੀ ਲੈ ਕੇ ਕੈਂਪਸ ਪਲੇਸਮੈਂਟ ਵਿੱਚ ਇੱਕ ਚੰਗੇ ਪੈਕੇਜ 'ਤੇ ਇੱਕ ਬਹੁਤ ਵਧੀਆ ਕੰਪਨੀ ਵਿੱਚ ਨੌਕਰੀ ਕਰਨ ਲੱਗੀ। ਉਸ ਦਿਨ ਸੁਨੀਲ ਤੇ ਰਾਧਾ ਫੁੱਲੇ ਨਹੀਂ ਸਨ ਸਮਾ ਰਹੇ। ਹੁਣ ਘਰ ਵਿੱਚ ਸ਼ਰੂਤੀ ਦੇ ਵਿਆਹ ਬਾਰੇ ਚਰਚਾ ਹੋਣ ਲੱਗ ਪਈ। ਮਾਂ-ਬਾਪ ਚਾਹੁੰਦੇ ਸਨ ਕਿ ਸ਼ਰੂਤੀ ਦਾ ਵਿਆਹ ਕਿਸੇ ਚੰਗੇ ਘਰ ਵਿੱਚ ਹੋ ਜਾਵੇ ਤਾਂ ਜੋ ਉਹਨਾਂ ਦੀ ਬੇਟੀ ਰਾਜ ਕਰੇ। ਉਹਨਾਂ ਨੇ ਇਸ ਵਾਸਤੇ ਇੱਕ ਅਖਬਾਰ ਵਿੱਚ ਮੈਟਰੀਮੋਨੀਅਲ ਵੀ ਦੇ ਦਿੱਤਾ। ਸ਼ਰੂਤੀ ਦੇ ਰਿਸ਼ਤੇ ਲਈ ਸੈਂਕੜੇ ਹੀ ਚਿੱਠੀਆਂ ਆ ਗਈਆਂ, ਪਰੰਤੂ ਵਿਆਹ ਤਾਂ ਇੱਕ ਨਾਲ ਹੀ ਹੋਣਾ ਸੀ। ਪਤੀ ਪਤਨੀ ਸਾਰਾ ਦਿਨ ਚਿੱਠੀਆਂ ਪੜ੍ਹਦੇ ਰਹਿੰਦੇ ਤੇ ਮੁੰਡੇ ਵਾਲਿਆਂ ਨਾਲ ਆਪਣੀ ਬੇਟੀ ਦੀ ਸੁੰਦਰਤਾ, ਉਸ ਦੇ ਗੁਣਾਂ, ਉਸ ਦੇ ਰੁਤਬੇ ਤੇ ਉਸ ਦੀ ਤਨਖਾਹ ਬਾਰੇ ਦੱਸ ਕੇ ਮੁੰਡੇ ਵਾਲਿਆਂ ਦੀ ਸਹਿਮਤੀ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਪਰ ਕੋਈ ਵੀ ਮੁੰਡੇ ਵਾਲਾ ਸ਼ਰੂਤੀ ਦੇ ਗੁਣਾਂ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦਾ ਕਿ ਉਹ ਵਿਆਹ 'ਤੇ ਕੀ ਲਾਉਣਗੇ, ਕਿੰਨੇ ਨਗਦ ਪੈਸੇ ਦੇਣਗੇ, ਕਿਹੜੀ ਗੱਡੀ ਦੇਣਗੇ, ਸੋਨਾ ਕਿੰਨਾ ਪਾਉਣਗੇ, ਕਿਹੋ ਜਿਹੇ ਪੈਲਸ ਵਿੱਚ ਵਿਆਹ ਕਰਨਗੇ ਆਦਿ। ਕਈਆਂ ਨੂੰ ਤਾਂ ਜਦੋਂ ਇਹ ਪਤਾ ਲੱਗਦਾ ਕਿ ਸੁਨੀਲ ਇੱਕ ਮਾਮੂਲੀ ਜਿਹਾ ਦੁਕਾਨਦਾਰ ਹੀ ਹੈ, ਫੋਨ ਥੱਲੇ ਰੱਖ ਦਿੰਦੇ। ਪਰੰਤੂ ਅੱਜ ਤਾਂ ਹੱਦ ਹੀ ਹੋ ਗਈ। ਇਹ ਇੱਕ ਮੈਰਿਜ ਬਿਊਰੋ ਵਾਲਿਆਂ ਦਾ ਫੋਨ ਸੀ। ਉਹ ਕਹਿ ਰਹੇ ਸਨ, ਭਾਈ ਸਾਹਿਬ, ਅਸੀਂ ਬਹੁਤ ਵਧੀਆ ਵਧੀਆ ਰਿਸ਼ਤੇ ਕਰਵਾਉਂਦੇ ਹਾਂ। ਸਾਡੇ ਕੋਲ ਬਹੁਤ ਵਧੀਆ ਵਧੀਆ ਰਿਸ਼ਤੇ ਹਨ। ਅਸੀਂ 10 ਲੱਖ ਤੋਂ ਲੈ ਕੇ ਕਰੋੜਾਂ ਤੱਕ ਦੇ ਰਿਸ਼ਤੇ ਕਰਵਾਉਂਦੇ ਹਾਂ। ਸਾਡੀ ਕਮਿਸ਼ਨ 2% ਹੁੰਦੀ ਹੈ। ਜੇ ਆਖੋ ਤਾਂ ਕਿਤੇ ਗੱਲ ਚਲਾਈਏ। ਪਰ ਭਾਈ ਸਾਹਿਬ, ਮੇਰੇ ਪਾਸ ਤਾਂ ਲੜਕੀ ਹੀ ਹੈ। ਉਹ ਇਸ ਵੇਲੇ 50,000 ਰੁਪਏ ਮਹੀਨਾ ਤਨਖਾਹ ਲੈ ਰਹੀ ਹੈ। ਅਗਲੇ ਸਾਲ ਉਸ ਦੀ ਹੋਰ ਤਰੱਕੀ ਹੋ ਜਾਵੇਗੀ। ਕੋਈ ਅਜਿਹਾ ਰਿਸ਼ਤਾ ਦੱਸੋ ਜੋ ਲੜਕੀ ਨੂੰ ਤਿੰਨੀ ਕੱਪੜੀ ਆ ਕੇ ਲੈ ਜਾਵੇ, ਕਿਉਂਕਿ ਮੇਰੇ ਕੋਲ ਦਾਜ ਜਾਂ ਨਗਦ ਦੇਣ ਲਈ ਕੁਝ ਵੀ ਨਹੀਂ ਹੈ। ਸੁਨੀਲ ਨੇ ਮੈਰਿਜ ਬਿਊਰੋ ਵਾਲਿਆਂ ਨੂੰ ਉੱਤਰ ਦਿੰਦਿਆਂ ਕਿਹਾ, ਭਾਈ ਸਾਹਿਬ, ਸਾਡੇ ਕੋਲ ਅਜਿਹਾ ਕੋਈ ਰਿਸ਼ਤਾ ਨਹੀਂ ਹੈ। ਜੇ ਆਇਆ ਤਾਂ ਦੱਸ ਦੇਵਾਂਗਾ। ਫਿਰ ਵੀ ਤੁਹਾਨੂੰ ਸਾਡਾ ਕਮਿਸ਼ਨ ਤਾਂ ਦੇਣਾ ਹੀ ਪਵੇਗਾ। ਫਿਰ ਵੀ ਤੁਹਾਡਾ ਕਮਿਸ਼ਨ ਕਿੰਨਾ ਹੋਵੇਗਾ? ਜੀ ਘੱਟੋ ਘੱਟ 20,000 ਰੁਪਏ, ਆਉਣ ਜਾਣ ਦਾ ਖਰਚਾ ਅਲੱਗ ਤੋਂ। ਉਹਨਾਂ ਦੀ ਗੱਲ ਸੁਣ ਕੇ ਸੁਨੀਲ ਦਹੱਥੜ ਮਾਰ ਕੇ ਆਪਣੇ ਆਪ ਨੂੰ ਪਿੱਟਣ ਲੱਗਾ। ਉਹ ਰੱਬ ਨੂੰ ਉਲਾਮਾ ਜਿਹਾ ਦਿੰਦਾ ਬੋਲਿਆ, ਰੱਬਾ, ਕੀ ਹੋ ਗਿਆ ਤੇਰੀ ਇਸ ਦੁਨੀਆ ਨੂੰ ਜੋ ਬੱਚਿਆਂ ਦੇ ਗੁਣਾਂ ਨਾਲੋਂ ਪੈਸੇ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ। ਰੱਬਾ, ਜੇ ਮੈਨੂੰ ਇੱਕ ਲੜਕੀ ਦਾ ਬਾਪ ਬਣਾਇਆ ਹੀ ਸੀ ਤਾਂ ਮੈਨੂੰ ਉਸ ਦੇ ਨਾਲ ਕਰੋੜਾਂ ਰੁਪਇਆਂ ਦਾ ਚੈੱਕ ਕਿਉਂ ਨਹੀਂ ਦਿੱਤਾ ਜੋ ਮੈਂ ਇਹਨਾਂ ਦਾਜ ਦੇ ਲੋਭੀਆਂ ਦਾ ਮੂੰਹ ਭਰ ਸਕਦਾ। ਜਦੋਂ ਉਸਨੇ ਉਤਾਂਹ ਨੂੰ ਮੂੰਹ ਚੁੱਕਿਆ ਤਾਂ ਸਾਹਮਣੇ ਉਸ ਦੀ ਬੇਟੀ ਸ਼ਰੂਤੀ ਖੜੀ ਸੀ, ਜੋ ਸ਼ਾਇਦ ਹੁਣੇ ਹੀ ਆਈ ਸੀ। ਉਹ ਆਪਣੇ ਪਾਪਾ ਦੇ ਮਨ ਦੀ ਗੱਲ ਨੂੰ ਸਮਝਦੀ ਹੋਈ ਬੋਲੀ, ਪਾਪਾ, ਤੁਸੀਂ ਨਿਰਾਸ਼ ਨਾ ਹੋਵੋ। ਮੈਂ ਤੁਹਾਡੇ ਮਨ ਦੀ ਗੱਲ ਸਮਝਦੀ ਹਾਂ। ਮੈਂ ਤੁਹਾਡੀ ਇੱਛਾ ਮੁਤਾਬਕ ਆਪਣੀ ਬਰਾਦਰੀ ਵਿੱਚ ਹੀ ਵਿਆਹ ਕਰਾਉਣਾ ਚਾਹੁੰਦੀ ਹਾਂ। ਪਰ ਇਹ ਕਾਹਦੀ ਬਰਾਦਰੀ ਜੋ ਗਰੀਬ ਦੀ ਲੜਕੀ ਨੂੰ ਆਪਣੇ ਘਰ ਦੀ ਬਹੂ ਬਣਾਉਣ ਲਈ ਤਿਆਰ ਨਹੀਂ।
ਇਹ ਕਾਦੀ ਬਰਾਦਰੀ ਹੈ ਜੋ ਲੜਕੀ ਦੇ ਗੁਣਾਂ ਦੇ ਬਜਾਏ ਉਸਦੇ ਬਾਪ ਦੀ ਤਿਜੋਰੀ ਵੱਲ ਦੇਖਦੀ ਹੈ। ਇਹ ਕਾਦਾ ਸਮਾਜ ਹੈ ਜੋ ਵਿਆਹ ਜਿਹੇ ਨੇਕ ਬੰਧਨਾਂ ਵਾਸਤੇ ਲੱਖਾਂ ਰੁਪਇਆਂ ਦਾ ਕਮਿਸ਼ਨ ਮੰਗਦਾ ਹੈ। ਲਾਨਤ ਹੈ ਇਸ ਸਮਾਜ ਨੂੰ। ਇਸ ਲਈ ਮੈਂ ਅਜਿਹੇ ਬਰਾਦਰੀ ਦਾ ਤਿਰਸਕਾਰ ਕਰ ਰਹੀ ਹਾਂ। ਨਾ ਨਾ ਧੀਏ, ਅਜਿਹਾ ਨਾ ਕਰੀ। ਮੈਂ ਬਰਾਦਰੀ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਜਾਣਾ। ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਨਗੇ। ਸੁਨੀਲ ਵਾਸਤਾ ਪਾਉਂਦਾ ਬੋਲਿਆ, ਪਾਪਾ ਤੁਸੀਂ ਇੱਕ ਅਜਿਹੀ ਬੇਟੀ ਦੇ ਬਾਪ ਹੋ ਜਿਸ ਦਾ ਇਸ ਵੇਲੇ ਇੱਕ ਰੁਤਬਾ ਹੈ। ਤੁਹਾਡੀ ਬੇਟੀ ਨਾਲ ਇੱਕ ਤੋਂ ਇੱਕ ਸੋਹਣਾ ਤੇ ਗੁਣਵਾਨ ਲੜਕਾ ਵਿਆਹ ਕਰਾਉਣ ਲਈ ਤਿਆਰ ਹੈ। ਕੀ ਹੋਇਆ ਜੇ ਉਹ ਸਾਡੀ ਬਰਾਦਰੀ ਨਾਲ ਸੰਬੰਧ ਨਹੀਂ ਰੱਖਦੇ? ਇਹ ਜਾਤਾਂ ਪਾਤਾਂ ਵੀ ਬੰਦੇ ਦੀ ਆਪਣੀ ਹੀ ਦੇਣ ਹਨ। ਇਸ ਲਈ ਇਹਨਾਂ ਜਾਤਾਂ ਪਾਤਾਂ ਦੇ ਬੰਧਨਾਂ ਵਿੱਚੋਂ ਬਾਹਰ ਨਿਕਲੋ ਤੇ ਆਪਣੀ ਬੇਟੀ ਦੇ ਗੁਣਾਂ ਦੀ ਕੀਮਤ ਨੂੰ ਜਾਣੋ। ਸ਼ਰੂਤੀ ਨੇ ਆਪਣੀ ਬਰਾਦਰੀ ਦੇ ਮੂੰਹ ਤੇ ਇੱਕ ਕਿਸਮ ਦੀ ਚਪੇੜ ਮਾਰਦਿਆਂ ਕਿਹਾ। ਸ਼ਰੂਤੀ ਦੇ ਵਿਚਾਰ ਸੁਣ ਕੇ ਕੋਲ ਹੀ ਖੜੀ ਉਸਦੀ ਮਾਂ ਰਾਧਾ ਬੋਲੀ, ਮੈਂ ਸ਼ਰੂਤੀ ਦੀ ਗੱਲ ਨਾਲ ਸਹਿਮਤ ਹਾਂ। ਅਸੀਂ ਇਸ ਤਕਿਆਨੂਸੀ ਤੇ ਲਾਲਚੀ ਬਰਾਦਰੀ ਕੋਲੋਂ ਕੀ ਲੈਣਾ ਹੈ ਜੋ ਬੱਚਿਆਂ ਦੇ ਗੁਣਾਂ ਦੀ ਕਦਰ ਕਰਨ ਦੀ ਬਜਾਏ ਪੈਸੇ ਨੂੰ ਤਰਜੀਹ ਦਿੰਦੀ ਹੈ। ਇਸ ਲਈ ਮੈਂ ਆਪਣੇ ਵੱਲੋਂ ਸ਼ਰੂਤੀ ਨੂੰ ਉਸਦੀ ਮਨਪਸੰਦ ਦਾ ਵਰ ਚੁਣਨ ਦੀ ਇਜਾਜ਼ਤ ਦਿੰਦੀ ਹਾਂ। ਰਾਧਾ, ਮੈਂ ਵੀ ਬਹੁਤ ਸ਼ਰੂਤੀ ਦੇ ਵਿਚਾਰਾਂ ਦੀ ਕਦਰ ਕਰਦਾ ਹਾਂ, ਪਰ ਜਿਸ ਬਰਾਦਰੀ ਵਿੱਚ ਅਸੀਂ ਵਿਚਰ ਰਹੇ ਹਾਂ ਉਹ ਕੀ ਕਹੇਗੀ? ਸੁਨੀਲ ਵੀ ਆਪਣੀ ਬਰਾਦਰੀ ਦਾ ਢੰਡੋਰਾ ਪਿੱਟਦਾ ਬੋਲਿਆ, ਟੱਠੇ ਖੂਹ ਵਿੱਚ ਜਾਵੇ ਬਰਾਦਰੀ, ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਮੈਂ ਕੱਲ੍ਹ ਹੀ ਆਪਣੀ ਧੀ ਵਾਸਤੇ ਅਖਬਾਰ ਵਿੱਚ ਮੈਟਰੀਮੋਨੀਅਲ ਦੇਣ ਜਾਵਾਂਗੀ ਜੋ ਜਾਤ ਪਾਤ ਦੇ ਬੰਧਨ ਤੋਂ ਮੁਕਤ ਹੋਵੇਗਾ। ਮੈਂ ਆਪਣੀ ਧੀ ਵਾਸਤੇ ਅਜਿਹੇ ਵਰ ਦੀ ਤਲਾਸ਼ ਕਰਾਂਗੀ ਜੋ ਮੇਰੀ ਧੀ ਦੇ ਗੁਣਾਂ ਦੀ ਕਦਰ ਕਰੇ, ਜੋ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਲੜਕੀਆਂ ਦੀ ਕਦਰ ਕਰਨੀ ਜਾਣਦਾ ਹੋਵੇ। ਰਾਧਾ ਸ਼ੇਰਨੀ ਵਾਂਗ ਗਰਜਦੀ ਹੋਈ ਬੋਲੀ। ਆਖਰ ਉਹੀ ਹੋਇਆ ਜੋ ਰਾਧਾ ਚਾਹੁੰਦੀ ਸੀ। ਉਸਨੇ ਸ਼ਰੂਤੀ ਦਾ ਵਿਆਹ ਜਾਤ ਪਾਤ ਦੇ ਬੰਧਨਾਂ ਨੂੰ ਤੋੜਦਿਆਂ ਅਜਿਹੇ ਸੁੰਦਰ ਤੇ ਗੁਣਵਾਨ ਨੌਜਵਾਨ ਨਾਲ ਕੀਤਾ ਜੋ ਅੱਜ ਤੱਕ ਸ਼ਰੂਤੀ ਦੇ ਗੁਣਾਂ ਦੀ ਕਦਰ ਕਰਦਾ ਹੈ। ਉਸ ਨੂੰ ਘਰ ਦੀ ਦਾਸੀ ਦੀ ਬਜਾਏ ਘਰ ਦੀ ਰਾਣੀ ਸਮਝਦਾ ਹੈ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ। ਉਸ ਦੀ ਹਰੇਕ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਰੂਤੀ ਵੀ ਅਜਿਹਾ ਹੋਣਹਾਰ ਵਰ ਪਾ ਕੇ ਆਪਣੇ ਆਪ ਨੂੰ ਧਨ ਭਾਗ ਸਮਝਦੀ ਸੀ। ਉਹ ਉਸ ਨੂੰ ਆਪਣਾ ਆਦਰਸ਼ ਮੰਨਦੀ ਸੀ। ਉਹ ਇਸ ਕਰਕੇ ਵੀ ਖੁਸ਼ ਹੈ ਕਿ ਉਸਨੇ ਆਪਣੀ ਬਰਾਦਰੀ ਵਿੱਚ ਇੱਕ ਨਵੀਂ ਪਿਰਤ ਪਾਈ ਹੈ। ਉਸਨੇ ਸਮਾਜ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਨਵੀਂ ਉਡਾਨ ਭਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਮਾਜ ਦੀਆਂ ਦੂਜੀਆਂ ਲੜਕੀਆਂ ਵੀ ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਲਾਲਚੀ ਸਮਾਜ ਦੇ ਮੂੰਹ 'ਤੇ ਚਪੇੜ ਧਰ ਸਕਣ। ਸੋ ਧੰਨਵਾਦ ਪਿਆਰੇ ਬੱਚਿਓ।